ਅੱਜ ਆਪਾਂ ਜਿਸ ਪਾਵਨ ਸ਼ਬਦ ਦੀ ਵਿਆਖਿਆ ਸਰਵਣ ਕਰਨੀ ਹੈ, ਉਹ ਪਾਵਨ ਸ਼ਬਦ ਅੰਗ 779 ਦੇ ਉੱਪਰ ਸੁਭਾਏਮਾਨ ਹੈ ਤੇ ਇਸ ਪਾਵਨ ਸ਼ਬਦ ਦੇ ਰਚੈਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਆਓ ਸਤਿਗੁਰਾਂ ਦੇ ਪਾਵਨ ਬਚਨ ਨੂੰ ਸਮਝੀਏ। ਸਤਿਗੁਰ ਜੀ ਫਰਮਾਨ ਕਰਦੇ ਹਨ, ਰਾਗ ਸੂਹੀ ਸ਼ੰਤ ਮਹੱਲਾ ਪੰਜਵਾ, ਘਰ ਤੀਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਤੂੰ ਠਾਕੁਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਮੈਂ ਸਾਰ ਨਾ ਜਾਣਾ ਤੇਰੀ ਰਾਮ। ਸਤਿਗੁਰ ਜੀ ਫਰਮਾਨ ਕਰਦੇ ਹਨ, ਤੂੰ ਠਾਕੁਰੋ ਬੈਰਾਗਰੋ। ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਹੇ ਸਤਿਗੁਰ ਜੀ ਕਿਰਪਾ ਕਰੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਸ ਅਕਾਲ ਪੁਰਖ ਨੂੰ ਮੁਥਾਪਿਤ ਹੋ ਕਰਕੇ ਉਹਨਾਂ ਨੂੰ ਸੰਬੋਧਿਤ ਕਰਕੇ ਬਚਨ ਉਚਾਰਨ ਕਰਦੇ ਨੇ, ਹੇ ਮੇਰੇ ਵਾਹਿਗੁਰੂ ਤੂੰ ਸਭ ਜੀਵਾਂ ਦਾ ਮਾਲਕ ਹੈ। ਤੂੰ ਠਾਕੁਰੋ, ਠਾਕੁਰ ਦਾ ਮਤਲਬ ਹੈ ਪਾਲਣਹਾਰ, ਮਾਲਕ। ਅਗਲਾ ਬਚਨ ਆਉਂਦਾ ਹੈ ਬੈਰਾਗਰੋ। ਬੈਰਾਗਰੋ ਦਾ ਮਤਲਬ ਹੈ ਵਾਸਨਾ ਤੋਂ ਰਹਿਤ, ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਸ਼ਨਾ ਨਾ ਹੋਵੇ, ਕੋਈ ਔਗੁਣ ਨਾ ਹੋਵੇ, ਜਿਹਦੇ ਬਾਰੇ ਆਪਾਂ ਇੱਕ ਬਚਨ ਪੜ੍ਹਦੇ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰ ਇੱਕ ਜੀਵ ਭੁੱਲਣਹਾਰ ਹੈ, ਭੁੱਲਾਂ ਹੋ ਜਾਂਦੀਆਂ ਨੇ, ਪਰ ਜੇਕਰ ਕਿਸੇ ਕੋਲੋਂ ਭੁੱਲ ਨਹੀਂ ਹੁੰਦੀ ਤੇ ਉਹ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਵਾਹਿਗੁਰੂ ਆਪ ਹੈ। ਉਹਨੂੰ ਕਹਿੰਦੇ ਨੇ ਬੈਰਾਗਰੋ। ਤੇ ਅਗਲਾ ਬਚਨ ਹੈ ਮੈਂ ਜਿਹੀ ਘਣ ਚੇਰੀ ਰਾਮ। ਕਹਿਣ ਲੱਗੇ ਹੇ ਵਾਹਿਗੁਰੂ ਤੂੰ ਸਾਰਿਆਂ ਦੇ ਉੱਪਰ ਮਿਹਰ ਦਾ ਹੱਥ ਰੱਖਦਾ, ਪਾਲਣਹਾਰ ਹੈ। ਮੈਂ ਜਿਹੀ ਮੇਰੇ ਵਰਗੀਆਂ, ਘਣ, ਘਣ ਦਾ ਮਤਲਬ ਹੈ ਬਹੁਤ ਸਾਰੀਆਂ, ਚੇਰੀ ਦਾ ਮਤਲਬ ਹੈ ਚੇਲੀਆਂ। ਰਾਮ ਕਹਿਣ ਲੱਗੇ ਹੇ ਵਾਹਿਗੁਰੂ ਮੇਰੇ ਵਰਗੇ ਹਜ਼ਾਰਾਂ ਲੱਖਾਂ ਕਰੋੜਾਂ ਜੀਵ ਤੇਰੇ ਦਾਸ ਨੇ, ਤੇਰੇ ਚੇਲੇ ਨੇ। ਇੱਥੇ ਚਲੋ ਚੇਰੀ ਦਾ, ਚੇਲੇ ਦਾ ਇੱਥੇ ਮਤਲਬ ਹੈ ਦਾਸ, ਕਿਸੇ ਮਾਲਕ ਦੀ ਜਾਇਦਾਦ। ਚੇਤੇ ਰੱਖਣਾ ਇਸ ਸ੍ਰਿਸ਼ਟੀ ਦਾ ਹਰ ਇੱਕ ਜੀਵ ਉਸ ਮਾਲਕ ਪ੍ਰਮਾਤਮਾ ਵਾਹਿਗੁਰੂ ਦੀ ਆਪ ਦੀ ਜਾਇਦਾਦ ਹੈ। ਇੱਥੇ ਬਚਨ ਉਚਾਰਨ ਕੀਤਾ ਮੈਂ ਜਿਹੀ ਘਣ ਚੇਰੀ ਰਾਮ, ਮੇਰੇ ਵਰਗੀਆਂ ਤੇ ਘਣੀਆਂ ਤੇਰੀਆਂ ਚੇਰੀਆਂ, ਭਾਵ ਕਿ ਤੇਰੇ ਸੇਵਕ ਨੇ। ਤੇ ਅਗਲਾ ਬਚਨ ਹੈ ਤੂੰ ਸਾਗਰੋ ਰਤਨਾਗਰੋ। ਸਾਗਰੋ ਦਾ ਮਤਲਬ ਪਤਾ ਹੈ ਸਾਗਰ, ਸਮੁੰਦਰ, ਤੇ ਰਤਨਾਗਰੋ ਦਾ ਮਤਲਬ ਹੈ ਰਤਨਾ ਦੀ ਖਾਨ। ਕਹਿਣ ਲੱਗੇ ਹੇ ਵਾਹਿਗੁਰੂ ਤੂੰ ਤੇ ਸਮੁੰਦਰ ਹੈ, ਤੂੰ ਤੇ ਰਤਨਾ ਦੀ ਖਾਨ ਹੈ। ਹਉ ਸਾਰ ਨਾ ਜਾਣਾ ਤੇਰੀ ਰਾਮ। ਮੈਂ ਹੇ ਵਾਹਿਗੁਰੂ ਮੈਂ ਤੇਰੀ ਸਾਰ, ਤੇਰੀ ਕਦਰ, ਤੇਰੀ ਸਮਝ ਮੈਨੂੰ ਇਸ ਗੱਲ ਦੀ ਸਮਝ ਨਾ ਪੈ ਸਕੀ ਤੇ ਨਾ ਪੈ ਸਕਦੀ ਹੈ ਕਿ ਤੇਰਾ ਆਕਾਰ, ਤੇਰਾ ਸਰੂਪ ਕਿਹੋ ਜਿਹਾ, ਤੇਰਾ ਆਕਾਰ ਕਿਤਨਾ ਕੁ ਵਿਸ਼ਾਲ ਹੈ ਤੇ ਤੇਰੀ ਤਾਕਤ ਕਿਤਨੀ ਕੁ ਬੇਅੰਤ ਹੈ। ਇਸ ਗੱਲ ਦੀ ਸਾਰ ਨਾ ਜਾਣਾ ਤੇਰੀ ਰਾਮ। ਮੈਨੂੰ ਇਸ ਗੱਲ ਦੀ ਸਾਰ ਆ ਨਹੀਂ ਸਕਦੀ ਕਿਉਂਕਿ ਬੁੱਧੀ ਬੜੀ ਛੋਟੀ ਹੈ। ਜਿਸ ਦਿਮਾਗ ਦੇ ਨਾਲ ਮੈਂ ਸੋਚਦਾ ਉਹ ਦਿਮਾਗ ਬਹੁਤ ਛੋਟਾ ਹੈ ਤੇ ਵਾਹਿਗੁਰੂ ਤੇਰੀ ਮਹਿਮਾ ਬਹੁਤ ਜ਼ਿਆਦਾ ਵੱਡੀ ਹੈ। ਅਗਲਾ ਬਚਨ ਹੈ ਸਾਰ ਨਾ ਜਾਣਾ ਤੂੰ ਵੱਡ ਦਾਣਾ, ਕਰ ਮਿਹਰਮਤ ਸਾਈ। ਹੇ ਮੇਰੇ ਮਾਲਕ ਮੈਂ ਤੇਰੇ ਗੁਣਾਂ ਦੀ ਕਦਰ ਨਹੀਂ ਜਾਣਦਾ। ਇਹ ਜੀਵਾਤਮਾ ਕਹਿ ਰਹੀ ਅਸਲ ਦੇ ਵਿੱਚ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਹੋ ਕੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ। ਕਹਿਣ ਲੱਗੇ ਸਾਰ ਨਾ ਜਾਣਾ ਤੂੰ ਵੱਡ ਦਾਣਾ। ਹੇ ਵਾਹਿਗੁਰੂ ਦਾਣਾ ਦਾ ਇੱਥੇ ਦਾਣਾ ਦਾ ਮਤਲਬ ਹੈ ਸਿਆਣਾ। ਕਹਿਣ ਲੱਗੇ ਹੇ ਮੇਰੇ ਮਾਲਕ ਮੈਂ ਤੇਰੇ ਗੁਣਾਂ ਦੀ ਕਦਰ ਨਹੀਂ ਜਾਣਦਾ, ਤੂੰ ਵੱਡਾ ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ। ਮੇਰੇ ਉੱਤੇ ਮਿਹਰ ਕਰ, ਕਰ ਮਿਹਰਮਤ ਸਾਈਂ।
ਮੇਰੇ ਤੇ ਮਿਹਰ ਕਰ ਦੇ, ਮੇਰੇ ਤੇ ਕਿਰਪਾ ਕਰ ਦੇ। ਤੇ ਕਾਦੀ ਕਿਰਪਾ ਕਰਾਉਣੀ ਹੈ? ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਕਾਦੀ ਖੈਰ ਰੱਬ ਕੋਲੋਂ ਮੰਗਣੀ ਹੈ? ਬੰਦਗੀ ਦੀ, ਨਾਮ ਸਿਮਰਨ ਦੀ। ਇੱਥੇ ਕੀ ਮੰਗਿਆ ਹੈ? ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਕਹਿਣ ਲੱਗੇ ਵਾਹਿਗੁਰੂ ਮੇਰੇ ਤੇ ਇੱਕ ਕਿਰਪਾ ਕਰ, ਸਾਮਤ ਦੀਜੈ, ਮੈਨੂੰ ਇਹੋ ਜੀ ਮਤ ਦੇ ਦੇ, ਮੈਨੂੰ ਇਹੋ ਜੀ ਅਕਲ ਬਖਸ਼ ਦੇ, ਮੇਰਾ ਇਹੋ ਜਿਹਾ ਦਿਮਾਗ ਬਖਸ਼ ਦੇ, ਕਿਹੋ ਜਿਹਾ ਆਠ ਪਹਿਰ ਤੁਧ ਧਿਆਈ, ਕਿ ਅੱਠੇ ਪਹਿਰ ਮੈਂ ਤੈਨੂੰ ਯਾਦ ਰੱਖਾਂ, ਤੇਰਾ ਸਿਮਰਨ ਕਰਾਂ, ਮੈਂ ਤੈਨੂੰ ਧਿਆਉਂਦਾ ਰਵਾਂ, ਮੇਰੇ ਤੇ ਇਹ ਕਿਰਪਾ ਕਰ ਦੇ। ਤੇ ਅਗਲਾ ਬਚਨ ਹੈ, ਗਰਬ ਨਾ ਕੀਜੈ ਰੋਣ ਹੋਵੀਜੈ, ਤਾਂ ਗਤ ਜੀਅਰੈ ਤੇਰੀ। ਕਹਿਣ ਲੱਗੇ ਹੇ ਇਸ ਜਿੰਦੇ ਅਹੰਕਾਰ ਨਹੀਂ ਕਰਨਾ ਚਾਹੀਦਾ। ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਆਪਣੀ ਜਿੰਦ ਨੂੰ, ਆਪਣੀ ਆਤਮਾ ਨੂੰ ਕਹਿ ਰਹੇ ਨੇ, ਆਪਣੇ ਮਨ ਨੂੰ ਕਹਿ ਰਹੇ ਨੇ। ਕਹਿਣ ਲੱਗੇ ਹੇ ਮਨਾ, ਹੇ ਮੇਰੀ ਜਿੰਦ, ਮੇਰੀ ਜਾਨ, ਹੰਕਾਰ ਨਹੀਂ ਕਿਸੇ ਗੱਲ ਦਾ ਕਰਨਾ ਚਾਹੀਦਾ। ਰੇਣ ਹੋਵੀਜੈ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਦੀ, ਸਭਨਾ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ। ਹੋ ਸਭਨ ਕੀ ਰੇਣਕਾ, ਇੱਥੇ ਕੇਵਲ ਇੱਕ ਦੀ ਗੱਲ ਨਹੀਂ ਗਈ। ਹੋ ਸਭਨ ਕੀ ਰੇਣਕਾ ਤਉ ਆਓ ਹਮਾਰੇ ਪਾਸ, ਜਿਹਦੇ ਵਿੱਚ ਪਹਿਲੀ ਪੰਕਤੀ ਆਉਂਦੀ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ। ਹੋ ਸਭਨ ਕੀ ਰੇਣਕਾ, ਕਹਿੰਦੇ ਸਾਰੀ ਧਰਤੀ ਦੇ ਜੀਵਾਂ ਦੀ ਪੈਰਾਂ ਦੀ ਮਿੱਟੀ ਬਣ ਗਈ। ਤਉ ਆਓ ਹਮਾਰੇ ਪਾਸ, ਫੇਰ ਮੇਰੇ ਕੋਲ ਆਈ, ਫੇਰ ਮੈਂ ਝੋਲੀ ਭਰਾਂਗਾ। ਇਹ ਗੁਰੂ ਦੀ ਸ਼ਰਤ ਹੈ। ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ, ਗਰਬ ਨਾ ਕੀਜੈ ਰੇਣ ਹੋਵੀਜੈ। ਰੇਣ ਦਾ ਮਤਲਬ ਹੈ ਮਿੱਟੀ। ਕਹਿਣ ਲੱਗੇ ਮਿੱਟੀ ਬਣ ਜਾ। ਵੈਸੇ ਤੇ ਮਨੁੱਖ ਮਿੱਟੀ ਦਾ ਪੁਤਲਾ ਹੈ। ਮਾਟੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ ਤਾਂ ਮਿੱਟੀ ਦਾ ਪੁਤਲਾ ਨਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁੰਬਾਰੇ। ਸਤਿਗੁਰਾਂ ਨੇ ਬਾਰ-ਬਾਰ ਫਰਮਾਨ ਕੀਤਾ ਮਿੱਟੀ ਦੇ ਪੁਤਲੇ ਨੇ, ਤੇ ਆਪਣੇ ਆਪ ਨੂੰ ਮਿੱਟੀ ਸਮਝਣਾ ਪਏਗਾ। ਆਪਾਂ ਮਿੱਟੀ ਸਮਝਦੇ ਨਹੀਂ। ਤੇ ਅਗਲਾ ਬਚਨ ਹੈ, ਤਾਂ ਗਤ ਜੀਅਰੈ ਤੇਰੀ। ਕਹਿਣ ਲੱਗੇ ਤਾਂ ਤੇਰੀ ਗਤ ਦਾ ਪਤਾ ਲੱਗੇਗਾ। ਉਸ ਮਾਲਕ ਦੀ, ਪਰਮਾਤਮਾ ਦੀ ਅਵਸਥਾ, ਉਸ ਮਾਲਕ ਦਾ ਪਤਾ ਲਾਉਣ ਵਾਸਤੇ ਜਿਹੜੀ ਅਵਸਥਾ ਚਾਹੀਦੀ ਹੈ, ਉਹ ਅਵਸਥਾ ਉਦੋਂ ਪੈਦਾ ਹੋਏਗੀ ਜਦੋਂ ਇੱਕ ਤਾਂ ਹੰਕਾਰ ਨਿਕਲ ਜੇ ਅੰਦਰੋਂ, ਗਰਬ ਨਾ ਕੀਜੈ, ਤੇ ਦੂਜੇ ਨੰਬਰ ਤੇ ਆਪਣੇ ਆਪ ਨੂੰ ਧਰਤੀ ਦੇ ਹਰ ਇੱਕ ਜੀਵ ਦੇ ਚਰਨਾਂ ਦੀ ਧੂੜ ਬਣਾ ਲਈਏ, ਨਿਮਾਣੇ ਬਣ ਜਾਈਏ। ਕਿਸੇ ਤੇ ਹੰਕਾਰ ਨਹੀਂ, ਕਿਸੇ ਤੋਂ ਉੱਚੇ ਬਣਨ ਦੀ ਕੋਸ਼ਿਸ਼ ਨਹੀਂ। ਤੇ ਅਗਲਾ ਜਿਹੜਾ ਬਚਨ ਹੈ, ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਘਣ ਚੇਰੀ ਰਾਮ। ਕਹਿਣ ਲੱਗੇ ਸਾਡੇ ਵਰਗੇ ਪਤਾ ਨਹੀਂ ਕਿਤਨੇ ਉਸ ਮਾਲਕ ਦੇ ਗੁਲਾਮ ਨੇ, ਤੇ ਸਾਰਿਆਂ ਦੇ ਉੱਪਰ ਕੇਵਲ ਤੇ ਕੇਵਲ ਇੱਕ ਪਰਮਾਤਮਾ ਸਾਰਿਆਂ ਦਾ ਮਾਲਕ ਬਣ ਕੇ ਬੈਠੇ। ਸਭ ਉੱਪਰ ਨਾਨਕ ਕਾ ਠਾਕੁਰ। ਇਹ ਬਚਨ ਫਰਮਾਨ ਕਰਦੇ ਨੇ ਨਾਨਕ ਨਾਮ ਦੀ ਟੇਕ ਦੇ ਕਰਕੇ। ਕਹਿਣ ਲੱਗੇ ਕਿ ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਦੇ ਉੱਤੇ ਹੈ, ਮੇਰੇ ਜਈਆਂ ਉਸ ਦੇ ਦਰ ਤੇ ਅਨੇਕਾਂ ਦਾਸੀਆਂ ਨੇ, ਜੀਵਾਤਮਾਵਾਂ। ਅਗਲਾ ਬਚਨ ਹੈ, ਤੁਮ ਗੌਹਰ ਅਤ ਗਹਿਰ ਗੰਭੀਰਾ, ਤੁਮ ਪਿਰ ਹਮ ਬੁਰਿਆਈਆਂ ਰਾਮ। ਗੌਹਰ, ਗੌਹਰ ਦਾ ਮਤਲਬ ਹੈ ਮੋਤੀ, ਬੜਾ ਬੇਸ਼ਕੀਮਤੀ ਮੋਤੀ। ਤੁਮ ਗੌਹਰ, ਕਹਿਣ ਲੱਗੇ ਹੇ ਵਾਹਿਗੁਰੂ ਤੂੰ ਇੱਕ ਅਣਮੁੱਲਾ ਮੋਤੀ ਹੈ, ਜਿਸ ਦਾ ਕੋਈ ਮੁੱਲ ਹੀ ਨਹੀਂ ਹੈ। ਧਰਤੀ ਦੀ ਦੌਲਤ ਨਾਲ ਤੇਰਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਅਤ ਗਹਿਰ ਗੰਭੀਰਾ, ਗਹਿਰ ਗੰਭੀਰਾ ਦਾ ਮਤਲਬ ਹੈ ਡੂੰਘਾ ਅਥਾਹ ਸਮੁੰਦਰ ਵਰਗਾ। ਗੰਭੀਰ ਦਾ ਮਤਲਬ ਹੈ ਵੱਡੇ ਜਿਗਰੇ ਵਾਲਾ। ਕਹਿਣ ਲੱਗੇ ਹੇ ਵਾਹਿਗੁਰੂ ਤੂੰ ਅਥਾਹ ਸਮੁੰਦਰ ਹੈ, ਤੂੰ ਵੱਡੇ ਜਿਗਰੇ ਵਾਲਾ ਹੈ। ਤੁਮ ਪਿਰ ਹਮ ਬਹੁਰੀਆ ਰਾਮ। ਤੁਮ ਪਿਰ, ਤੂੰ ਮਾਲਕ ਹੈ, ਤੂੰ ਪਤੀ ਹੈ, ਤੂੰ ਖਸਮ ਹੈ। ਹਮ ਬਹੁਰੀਆ, ਇੱਥੇ ਬਹੁਰੀਆ ਦਾ ਮਤਲਬ ਹੁੰਦਾ ਜਿਵੇਂ ਬਹੂ ਨਹੀਂ ਕਹਿ ਦਿੰਦੇ ਬਹੁਤੀ ਨੂੰ, ਜਿਹੜੀ ਨਵੀਂ ਵਿਆਹੀ ਲੜਕੀ ਹੁੰਦੀ ਹੈ ਉਹਨੂੰ ਬਹੂ ਕਹਿੰਦੇ ਨੇ।
ਕਹਿਣ ਲੱਗੇ ਸਾਡੇ ਵਰਗੀਆਂ ਜੀਵ ਆਤਮਾਵਾਂ, ਕਿਉਂਕਿ ਇਹ ਰਾਗ ਸੂਹੀ ਚੱਲ ਰਿਹਾ ਨਾ, ਸੂਹੀ ਰਾਗ ਦੇ ਅੰਦਰ ਪਰਮਾਤਮਾ ਪਤੀ ਤੇ ਜੀਵ ਆਤਮਾ ਪਤਨੀ ਦੇ ਰੂਪ ਚ ਪੇਸ਼ ਕੀਤੇ ਨੇ ਸਾਰੇ ਦੇ ਸਾਰੇ ਰਾਗ ਵਿੱਚ। 728 ਅੰਗ ਤੋਂ ਇਹ ਰਾਗ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ, ਤੇ 795 ਅੰਗ ਤੱਕ ਜਾਂਦਾ ਹੈ, ਤੇ ਜਿਹਦੇ ਵਿੱਚ 3 ਭਗਤਾਂ ਦੀ ਅਤੇ 5 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਤੇ ਹਰ ਇੱਕ ਗੁਰੂ ਸਾਹਿਬਾਨ ਤੇ ਭਗਤ ਨੇ ਇਹੋ ਇਸ ਤਰੀਕੇ ਦੇ ਨਾਲ ਜੀਵ ਆਤਮਾ ਨੂੰ ਪੇਸ਼ ਕੀਤੇ, ਜਿਵੇਂ ਇੱਕ ਇਸਤਰੀ, ਇੱਕ ਪਤਨੀ ਤੇ ਇੱਕ ਪਤੀ ਦਾ ਪਰਮਾਤਮਾ ਨੂੰ ਪਤੀ ਦੇ ਰੂਪ ਵਿੱਚ ਪੇਸ਼ ਕੀਤਾ ਤੇ ਜੀਵ ਆਤਮਾ ਨੂੰ ਪਤਨੀ। ਫਰਮਾਨ ਕਰਦੇ ਨੇ ਤੁਮ ਪਿਰ, ਇੱਥੇ ਪਿਰ ਤੋਂ ਬਾਅਦ ਕੌਮਾ ਲੱਗਣੀ ਹੈ, ਵਿਸ਼ਰਾਮ ਆਉਣਾ। हे ਵਾਹਿਗੁਰੂ ਤੂੰ ਮਾਲਕ ਹੈ, ਤੂੰ ਪਿਰ ਹੈ, ਤੂੰ ਪਤੀ ਹੈ, ਹਮ ਬਹੁਰੀਆ ਰਾਮ, ਤੇ ਅਸੀਂ ਤੇਰੇ ਦਰ ਦੇ ਦਾਸੀਆਂ ਵਹੁਟੀਆਂ ਹਾਂ। ਤੂੰ ਮਾਲਕ ਹੈ, ਤੇ ਅਗਲਾ ਬਚਨ ਹੈ ਤੁਮ ਵੱਡੇ ਵੱਡੇ ਵੱਡ ਉੱਚੇ, ਹਾਂ ਇਤਨੀਕ ਲਹੁਰੀਆ ਰਾਮ। ਲਾਹੌਰੀਆ ਦਾ ਮਤਲਬ ਹੈ ਛੋਟਾ। ਕਹਿਣ ਲੱਗੇ ਵਾਹਿਗੁਰੂ ਤੁਮ ਵੱਡੇ ਵੱਡੇ, ਤੂੰ ਬਹੁਤ ਵੱਡਾ ਹੈ, ਵੱਡ ਉੱਚੇ, ਬੜਾ ਬੇਅੰਤ ਉੱਚਾ ਹੈ। ਹਾਂ ਇਤਨੀਕ ਲਾਹੌਰੀਆ ਰਾਮ, ਅਸੀਂ ਤੇ ਬਹੁਤ ਛੋਟੇ ਆ, ਸਾਡੀ ਹਸਤੀ ਬਹੁਤ ਛੋਟੀ ਹੈ, ਧੂੜ ਦੇ ਕਣ ਵਰਗੀ ਸਾਡੀ ਹਸਤੀ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ। ਹਾਂ ਕਿਛ ਨਾਹੀ ਏਕੋ ਤੂੰ ਹੈ, ਆਪੇ ਆਪ ਸੁਜਾਨਾ। ਕਹਿਣ ਲੱਗੇ ਹੇ ਵਾਹਿਗੁਰੂ, ਆਪਣੇ ਆਪ ਨੂੰ ਸੰਬੋਧਿਤ ਕਰਦੇ ਨੇ, ਹੇ ਭਾਈ ਮੇਰੀ ਕੁਝ ਵੀ ਪਾਇਆ ਨਹੀਂ, ਮੇਰੀ ਕੋਈ ਵੀ ਤਾਕਤ ਨਹੀਂ ਕਿ ਮੈਂ ਤੇਰਾ ਨਾਮ ਵੀ ਜਪ ਸਕਾਂ। ਜਪਜੀ ਸਾਹਿਬ ਦੀ ਪਹਿਲੀ ਦੂਜੀ ਤੀਜੀ ਪੌੜੀ ਵਿੱਚ ਇਹ ਗੱਲ ਸਪਸ਼ਟ ਕਹੀ ਹੈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਤਾਣ ਦਾ ਮਤਲਬ ਹੈ ਤਾਕਤ। ਉਸ ਪਰਮਾਤਮਾ ਦੇ ਰੰਗ ਨੂੰ, ਉਸ ਪਰਮਾਤਮਾ ਦੇ ਗੀਤ ਗੁਣ ਉਹੀ ਗਾ ਸਕਦਾ ਜਿਹਨੂੰ ਗਾਉਣ ਦੀ ਤਾਕਤ ਮਾਲਕ ਬਖਸ਼ੇ। ਅਰਦਾਸ ਕਰੀਏ ਵੀ ਤਾਕਤ ਮਿਲ ਜਾਏ। ਹਉ ਕਿਛ ਨਾਹੀ, ਮੈਂ ਕੁਝ ਵੀ ਨਹੀਂ, ਏਕੋ ਤੂੰ ਹੈ, ਬਸ ਤੂੰ ਹੀ ਤੂੰ ਹੈ ਵਾਹਿਗੁਰੂ। ਆਪੇ ਆਪ ਸੁਜਾਨਾ, ਇੱਥੇ ਸੁਜਾਨਾ ਦਾ ਮਤਲਬ ਹੈ ਸਿਆਣਾ। ਤੂੰ ਬਹੁਤ ਕੁਝ ਸਿਆਣਾ, ਭਾਵ ਕੇ ਜਾਣਨਹਾਰ ਹੈ। ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ, ਸਰਬ ਰੰਗ ਰਸ ਮਾਨਾ। ਫਰਮਾਨ ਕਰਦੇ ਨੇ, ਹੇ ਪ੍ਰਭੂ ਅੱਖ ਚਮਕਣ ਜਿਤਨੇ ਸਮੇਂ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ, ਇਸ ਨਾਲ ਹੀ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਇੱਕ ਜਿਸ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀ ਬਸਾਵੇ। ਬਾਹਲਾ ਕੁਝ ਤਾਂ ਚਾਹੀਦਾ ਹੀ ਨਹੀਂ, ਕੋਈ ਟਰਾਲੀਆਂ ਭਰ ਕੇ, ਕੋਈ ਬਹੁਤ ਭੰਡਾਰੇ ਭਰ ਕੇ। ਕਹਿਣ ਲੱਗੇ ਬਸ ਇੱਕ ਕਿਣਕਾ ਹੀ ਮਿਲ ਜੇ ਤੇਰੇ ਨਾਮ ਦਾ। ਕਿਨਕਾ ਇੱਕ ਜਿਸ ਜੀ ਬਸਾਵੇ, ਜੀ ਦਾ ਮਤਲਬ ਹੈ ਸਵਾਸ, ਸਾਵਾਂ ਵਿੱਚ ਵਸ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਤਾਂ ਮਹਿਮਾ ਹੀ ਨਹੀਂ ਗਾਈ ਜਾ ਸਕਦੀ ਜਿਹਦੇ ਅੰਦਰ ਇੱਕ ਕਿਣਕਾ ਪਰਮਾਤਮਾ ਦਾ ਨਾਮ ਵਸ ਗਿਆ। ਉਹ ਤਾਂ ਇਤਨਾ ਚੰਗਾ ਸਾਫ਼ ਸੁਥਰਾ ਸੋਹਣਾ ਜੀਵਨ ਬਣ ਜਾਏਗਾ ਉਸ ਦਾ। ਤੇ ਜਿਸ ਦਾ ਜੀਵਨ ਸੋਹਣਾ ਬਣ ਗਿਆ, ਫਿਰ ਬਾਣੀ ਨੇ ਵੀ ਫਰਮਾਨ ਕਰ ਦਿੱਤਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਠੀਕ ਹੈ, ਮੌਕੇ ਤੇ ਭਾਵੇਂ ਤੁਹਾਨੂੰ ਕੋਈ ਮੰਦਾ ਚੰਗਾ ਬੋਲੇ, ਇਸ ਤਰ੍ਹਾਂ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵਿਟਾਂ ਮਾਰੀਆਂ। ਇਹ ਸੰਸਾਰ ਨੇ ਤੇ ਪੰਚਮ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਦਿੱਤਾ। ਇਹ ਸੰਸਾਰ ਨੇ ਨੌਵੇਂ ਪਾਤਸ਼ਾਹ ਦਾ ਸੀਸ ਚੌਂਕ ਵਿੱਚ ਬਿਠਾ ਕੇ ਕੱਟਿਆ, ਕਲਮ ਕੀਤਾ। ਇਸ ਸੰਸਾਰ ਨੇ ਤੇ ਦਸਮ ਪਾਤਸ਼ਾਹ ਦਾ ਸਾਰਾ ਪਰਿਵਾਰ ਹੀ ਖੇਰੂ ਖੇਰੂ ਕਰ ਦਿੱਤਾ। ਚੇਤੇ ਰੱਖਣਾ, ਉਸ ਟਾਈਮ ਤਾਂ ਸਾਰਿਆਂ ਨੂੰ ਦੁਸ਼ਮਣ ਲੱਗਦੇ ਸੀ, ਪਰ ਅੱਜ ਸਾਰੇ ਉਹਨਾਂ ਦਾ ਨਾਮ ਜਪਦੇ ਨੇ ਨਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਕੋਈ ਚੰਗਾ ਜੀਵਨ ਵਾਲਾ ਜਾਏਗਾ, ਜਾਣ ਤੋਂ ਬਾਅਦ ਉਹਦੀ ਕੀਮਤ ਲੋਕ ਜ਼ਰੂਰ ਜਾਣਨਗੇ, ਬਾਅਦ ਵਿੱਚ ਯਾਦ ਕਰਨਗੇ। ਅਸਲ ਜ਼ਿੰਦਗੀ ਇੱਕ ਭਗਤ ਦੀ ਉਸ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਮੌਤ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜਦੋਂ ਲੋਕ ਯਾਦ ਕਰਦੇ ਨੇ। ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ। ਕਹਿਣ ਲੱਗੇ ਇੱਕ ਬਸ ਨਿਮਖ, ਨਿਮਖ ਕਹਿੰਦੇ ਨੇ ਅੱਖ ਦਾ ਝਮੱਕਾ। ਅੱਖ ਦੇ ਝਮੱਕੇ ਜਿੰਨਾ ਸਮਾਂ ਹੀ ਕਿਤੇ ਰੱਬ ਚੇਤੇ ਆ ਜੇ ਨਾ, ਅੰਦਰੋਂ ਜੁੜ ਕੇ ਭਿੱਜ ਕੇ। ਸਰਬ ਰੰਗ ਰਸ ਮਾਨਾ, ਕਹਿੰਦੇ ਦੁਨੀਆ ਦੇ ਸਾਰੇ ਰੰਗਾਂ ਦਾ ਰਸ, ਰਸਾਂ ਦਾ ਰੰਗ ਆਨੰਦ ਮੈਂ ਮਾਣ ਲਵਾਂ ਇਤਨੇ ਸਮੇਂ 'ਚ। ਅਖੀਰਲੇ ਬਚਨ ਨੇ,
ਚਰਨੈ ਸਰਨੀ ਦਾਸੈ ਦਾਸੀ ਮਨ ਮੌਲੇ ਤਨ ਹਰਿਆ। ਕਹਿਣ ਲੱਗੇ ਹੇ ਵਾਹਿਗੁਰੂ ਮੈਂ ਤੇ ਤੇਰੇ ਚਰਨਾਂ ਦੀ ਤੇਰੀ ਸ਼ਰਨ ਲਈ ਹੈ, ਤੇਰੇ ਚਰਨਾਂ ਦੀ ਦਾਸੀ ਹਾਂ। ਦਾਸੈ ਦਾਸੀ ਇੱਥੋਂ ਤੱਕ ਕਿ ਜਿਹੜੇ ਤੇਰੇ ਚਰਨਾਂ ਦੇ ਦਾਸ ਨੇ ਮੈਂ ਗਾਂ ਉਹਨਾਂ ਦਾ ਦਾਸ ਹਾਂ, ਉਦੋਂ ਵੀ ਨੀਵੇਂ ਥਾਂ। ਇਤਨਾ ਨਿਮਾਣਾ ਆਪਣੇ ਆਪ ਨੂੰ ਬਣਾ ਲਿਆ ਤੇ ਫਰਮਾਨ ਕਰਦੇ ਨੇ ਮਨ ਮੌਲੇ ਤਨ ਹਰਿਆ। ਮੇਰਾ ਮਨ ਵੀ ਖਿੜ ਗਿਆ, ਮੇਰਾ ਤਨ ਵੀ ਹਰਿਆ ਹੋ ਗਿਆ। ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ। ਕਹਿਣ ਲੱਗੇ ਹੇ ਵਾਹਿਗੁਰੂ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਸਮਾ ਰਿਹਾ ਹੈ। ਨਾਨਕ ਠਾਕੁਰ ਸਰਬ ਸਮਾਣਾ ਸਾਰਿਆਂ ਵਿੱਚ ਸਮਾਇਆ ਹੈ। ਘਟ ਘਟ ਮੈਂ ਹਰਜੂ ਬਸੈ ਆਪਨ ਭਾਵਨ ਕਰੀਆ। ਇੱਥੇ ਭਾਵਨ ਦਾ ਮਤਲਬ ਹੈ ਮਰਜ਼ੀ। ਕਹਿਣ ਲੱਗੇ ਉਹ ਜੀਵਾਂ ਵਿੱਚ ਸਮਾਇਆ ਤੇ ਹੈ, ਉਹ ਹਰ ਵੇਲੇ ਹਰ ਥਾਂ ਆਪਣੀ ਮਰਜ਼ੀ ਕਰਦਾ। ਉਹਦੀ ਮਰਜ਼ੀ ਤੋਂ ਬਿਨਾਂ ਇਸ ਸੰਸਾਰ ਦਾ ਇੱਕ ਪੱਤੇ ਦਾ ਹਿੱਲਣਾ ਵੀ ਮੁਮਕਿਨ ਨਹੀਂ। ਸਤਿਗੁਰ